ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਜੋ ਸਾਡਾ ਜੋਤ ਸਰੂਪੀ ਸਤਿਗੁਰੂ ਹੈ ਉਸ ਦੀ ਇੱਕ ਸੋਹਣੀ ਤਸਵੀਰ ਖਿੱਚੀ ਗਈ ਹੈ। ਇਸ ਤੋਂ ਇਲਾਵਾ ਜੇ ਅਸੀਂ ਆਪਣੇ ਸਤਿਗੁਰੂ ਨੂੰ ਪੂਰੀ ਤਰ੍ਹਾਂ ਜਾਣਨਾ ਚਾਹੀਏ ਤਾਂ ਕੀ ਕਰਨਾ ਪਏਗਾ? ਵੈਸੇ ਤਾਂ ਸਾਡਾ ਇਹ ਸ਼ਬਦ ਗੁਰੂ ਸਾਰੀ ਦੁਨੀਆ ਵਿੱਚ ਖੰਡਾਂ ਬ੍ਰਹਿਮੰਡਾਂ ਵਿੱਚ ਰਵ ਰਿਹਾ ਭਰਪੂਰ ਹੈ ਗੁਪਤ ਰੂਪ ਵਿੱਚ, ਪਰ ਪ੍ਰਤੱਖ ਰੂਪ ਵਿੱਚ ਇਹ ਕਿੱਥੇ ਵਸਦਾ ਹੈ ਤੇ ਇਹ ਮੁੱਖ ਤੌਰ ਤੇ ਇਸ ਦਾ ਕੰਮ ਕੀ ਹੈ, ਕਰਦਾ ਕੀ ਹੈ ਤੇ ਸਾਡਾ ਕੀ ਫਰਜ਼ ਬਣਦਾ ਹੈ ਆਪਣੀ ਗੁਰੂ ਪ੍ਰਤੀ। ਇਹਨਾਂ ਸਾਰੀਆਂ ਵਿਚਾਰਾਂ ਤੇ ਆਧਾਰਿਤ ਗੁਰਬਾਣੀ ਵਿਚਾਰ ਦਾ ਲੇਖ ਗੁਰੂ ਸਤਿਗੁਰੂ ਭਾਗ ਦੂਜਾ ਲੇਖ ਨੰਬਰ 21। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਦਾ ਪਸਾਰਾ ਹੈ ਅਤੇ ਮੈਂ ਮੇਰੀ ਦਾ ਬੋਲਬਾਲਾ ਹੈ। ਇਸ ਮੈਂ ਮੇਰੀ ਕਾਰਨ ਜੀਵ ਕੁਦਰਤੀ ਤੌਰ ਤੇ ਨਿਜ ਸਵਾਰਥੀ ਹੈ, ਸਿਰਫ ਆਪਣੇ ਸਵਾਰਥ ਨੂੰ ਦੇਖਦਾ ਹੈ ਤੇ ਮੈਂ ਮੇਰੀ ਦਾ ਸਿਮਰਨ ਹੀ ਸਾਡਾ ਜੀਵਨ ਰੂਪ ਬਣਿਆ ਹੋਇਆ ਹੈ। ਮੈਂ ਮੇਰੀ ਦੀ ਭਾਵਨਾ ਵਿੱਚੋਂ ਸਵਾਰਥ ਉਪਜਦਾ ਹੈ। ਸਾਡੇ ਖਿਆਲ ਹਨ, ਆਸਾ ਮਨਸਾ, ਇਹ ਤ੍ਰਿਸ਼ਨਾ, ਰੀਝਾਂ, ਸਾਡੇ ਕਰਮ ਕਾਂਡ ਤੇ ਸਾਡਾ ਪਰਮਾਰਥ ਵੀ ਨਿੱਜੀ ਸਵਾਰਥ ਦੇ ਦੁਆਲੇ ਘੁੰਮਦੇ ਹਨ। ਆਪਣੀ ਖੁਦਗਰਜ਼ੀ ਦੇ ਦਾਇਰੇ ਤੋਂ ਬਾਹਰ ਅਸੀਂ ਕੋਈ ਖਿਆਲ, ਇੱਛਾ, ਉਦਮ ਅਤੇ ਕਰਮ ਕਰਨ ਨੂੰ ਤਿਆਰ ਹੀ ਨਹੀਂ। ਇਸ ਤੋਂ ਉਲਟ ਕੋਈ ਵਿਰਲਾ ਗੁਰਮੁਖੀ ਪਰਸਵਾਰਥੀ ਅਥਵਾ ਪਰਉਪਕਾਰੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਜੀਵਨ ਦੀ ਕਿਸ਼ਤੀ ਦੇ ਚੱਪੂ ਆਸਾ ਮਨਸਾ ਹਨ ਅਤੇ ਇਹਨਾਂ ਚੱਪੂਆਂ ਨੂੰ ਚਲਾਉਣ ਵਾਲੀ ਸਾਡੀ ਮੈਂ ਮੇਰੀ ਅਥਵਾ ਹੋਮ ਹੀ ਹੈ। ਭਾਵੇਂ ਕਿ ਅਸੀਂ ਆਪਣੀ ਮੈਂ ਮੇਰੀ ਦੇ ਦੁਆਰਾ ਆਪਣੀ ਖੁਦਗਰਜ਼ੀ ਵਾਲੇ ਜਿਹੜੇ ਆਸਾ ਮਨਸਾ ਹਨ, ਇੱਛਾਵਾਂ ਨੂੰ ਪੂਰੀ ਕਰਨ ਵਿੱਚ ਹੀ ਲੱਗੇ ਰਹਿੰਦੇ ਹਾਂ। ਸੋ ਜੀਵ ਦੀ ਸ਼ਕਤੀ ਸੀਮਤ ਹੋਣ ਕਾਰਨ ਜਦ ਇਸ ਦੀ ਆਸਾ ਮਨਸਾ ਆਪਣੀ ਨਿੱਜੀ ਸ਼ਕਤੀ ਨਾਲ ਪੂਰੀ ਨਹੀਂ ਹੁੰਦੀ ਤਾਂ ਇਹ ਕਿਸੇ ਉਚੇਰੀ ਵੱਡੀ ਸ਼ਕਤੀ ਦਾ ਆਸਰਾ ਲੱਭਦਾ ਹੈ। ਇਸ ਤਰ੍ਹਾਂ ਇਹ ਕਿਸੇ ਸੁਣੀ ਸੁਣਾਈ, ਸਮਝੀ ਸਮਝਾਈ ਮਨੋਕਲਪਤ ਵਡੇਰੀ ਸ਼ਕਤੀ ਦੀ ਟੇਕ ਲੈਂਦਾ ਹੈ। ਦ੍ਰਿਸ਼ਟਮਾਨ ਅਸਥੂਲ ਮਾਇਕੀ ਮੰਡਲ ਦੇ ਅੰਧੇਰ ਖਾਤੇ ਅੰਦਰ ਭਰਮ ਭੁਲੇਖਿਆਂ ਦੇ ਨਿਸ਼ਚੇ ਅਤਿਅੰਤ ਦ੍ਰਿੜ, ਗੂੜੇ, ਗਹਿਰੇ ਤੇ ਸ਼ਕਤੀਮਾਨ ਹੋ ਚੁੱਕੇ ਹਨ ਤੇ ਸੂਖਮ ਆਤਮ ਪ੍ਰਕਾਸ਼ ਮੰਡਲ ਦੇ ਤਤ ਗਿਆਨ ਤੋਂ ਅਗਿਆਤ ਜਾਂ ਕੋਰੇ ਹੋਣ ਕਾਰਨ ਅਸੀਂ ਭਰਮ ਦੀ ਅਗਿਆਨਤਾ ਵਿੱਚ ਰੱਬ ਅਥਵਾ ਪਰਮਾਤਮਾ, ਗੁਰੂ, ਅਵਤਾਰਾਂ ਅਤੇ ਦੇਵੀ ਦੇਵਤਿਆਂ ਦੀ ਬਾਬਤ ਆਪੋ ਆਪਣੀ ਅਲਪ ਬੁੱਧੀ ਅਨੁਸਾਰ ਮਨੋਕਲਪਤ ਸਰੂਪ, ਰੰਗ, ਭੇਖ, ਗੁਣ ਅਤੇ ਨਾਮ ਆਦਿ ਕਾੜੇ ਹੋਏ ਹਨ। ਹਰ ਇੱਕ ਨੇ ਆਪਣੀ ਕਸਵੱਟੀ ਅਨੁਸਾਰ ਆਪਣੀ ਕਲਪਨਾ ਦੁਆਰਾ ਗੁਰੂ ਦੇ, ਅਵਤਾਰਾਂ ਦੇ, ਦੇਵੀ ਦੇਵਤਿਆਂ ਦੇ ਸਰੂਪ ਕਾੜੇ ਹੋਏ ਹਨ। ਹਰ ਇੱਕ ਨੇ ਆਪਣੇ ਆਪਣੇ। ਇਸ ਕਾਰਨ ਭਿੰਨ ਭਿੰਨ ਦੇਸ਼ਾਂ, ਕੌਮਾਂ, ਧਰਮਾਂ, ਫਿਰਕਿਆਂ, ਨਸਲਾਂ, ਜਾਤਾਂ, ਕੋੜਮਿਆਂ ਵਿੱਚ ਭਿੰਨ ਭਿੰਨ ਨਾਵਾਂ ਹੇਠ ਭਿੰਨ ਭਿੰਨ ਦੇਵੀ ਦੇਵਤੇ, ਪੀਰ, ਪੈਗੰਬਰ ਅਤੇ ਔਲੀਏ ਆਦਿ ਮੰਨੇ ਜਾ ਰਹੇ ਹਨ। ਜਿਸ ਤਰ੍ਹਾਂ ਕਿ ਅਗਨੀ ਦੇਵਤਾ, ਪਵਨ ਦੇਵਤਾ, ਪਾਣੀ ਦੇਵਤਾ, ਚੰਦ ਦੇਵਤਾ, ਸੂਰਜ ਦੇਵਤਾ, ਕਾਲੀ ਮਾਤਾ, ਚੰਡੀ ਮਾਤਾ, ਖਵਾਜਾ ਦੇਵਤਾ, ਮੂਸਾ ਦੇਵਤਾ ਆਦਿ ਅਨੇਕਾਂ 33 ਕਰੋੜ ਦੇਵੀ ਦੇਵਤੇ ਅਤੇ ਕਈ ਕਿਸਮ ਦੇ ਜਾਨਵਰ ਅਤੇ ਦਰਖਤ ਆਦਿ ਵੀ ਮੰਨੇ ਅਥਵਾ ਪੂਜੇ ਜਾਂਦੇ ਹਨ। ਇਸ ਤਰ੍ਹਾਂ ਅਸੀਂ ਆਪੋ ਆਪਣੇ ਮਨੋਕਲਪਤ ਖਿਆਲਾਂ ਦੁਆਰਾ ਅਨੇਕਾਂ ਸ਼ਕਲਾਂ ਅਤੇ ਸ਼ਕਤੀਆਂ ਵਾਲੇ ਦੇਵੀ ਦੇਵਤੇ ਅਤੇ ਪੀਰ ਪੈਗੰਬਰ ਆਦਿ ਖੜੇ ਹੋਏ ਹਨ ਤੇ ਇਹਨਾਂ ਦੇ ਬੁੱਤਾਂ ਅਥਵਾ ਤਸਵੀਰਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਕਿਸੇ ਦੇਵਤੇ ਨੂੰ ਸੁਣ ਲਾ ਦਿੱਤੀ, ਕਿਸੇ ਨੂੰ 10 ਸਿਰ ਲਾ ਦਿੱਤੇ, ਕਿਸੇ ਨੂੰ 4 ਬਾਹਾਂ ਲਾ ਦਿੱਤੀਆਂ, ਕਿਸੇ ਨੂੰ ਸ਼ੇਰ ਉੱਤੇ ਬਿਠਾ ਦਿੱਤਾ, ਕਿਸੇ ਨੂੰ ਬਲਦ ਉੱਤੇ ਬਹਾ ਦਿੱਤਾ, ਕਿਸੇ ਦੀ ਡਰਾਉਣੀ ਸ਼ਕਲ ਕੱਢ ਦਿੱਤੀ ਅਤੇ ਹੋਰ ਵੀ ਮਨੋਕਲਪਤ ਅਨੇਕਾਂ ਸਰੂਪ ਕਾੜੇ ਹੋਏ ਹਨ। ਇਹ ਮਨੋਕਲਪਤ ਦੇ ਧਾਰੀ ਗੁਰੂ, ਦੇਵੀ ਦੇਵਤੇ ਨਾਸਵੰਤ ਹਨ, ਪਰ ਸ਼ਬਦ ਅਥਵਾ ਜੋਤ ਸਰੂਪੀ ਸਤਿਗੁਰੂ ਅਬਨਾਸੀ ਜੁਗਾ ਜੁਗਾਂ ਵਿੱਚ ਆਦਿ ਅੰਤ ਕੇ ਅਵਤਾਰਾ ਹੈ। ਧਿਆਨ ਦੇਣਾ ਜੀ, ਇਹ ਜਿਤਨੇ ਵੀ ਦੇਵੀ ਦੇਵਤੇ ਹਨ ਇਹ ਸਭ ਨਾਸਵੰਤ ਹਨ, ਪਰ ਸਾਡਾ ਜਿਹੜਾ ਸ਼ਬਦ ਗੁਰੂ ਹੈ ਇਹ ਅਬਨਾਸੀ ਹੈ, ਕਦੀ ਮਰਦਾ ਨਹੀਂ, ਜੁਗਾ ਜੁਗਾਂਤਰਾਂ ਤੋਂ ਹੈ, ਹੁਣ ਵੀ ਤੇ ਅੱਗੇ ਵੀ ਰਹੇਗਾ। ਦੇ ਧਾਰੀ ਗੁਰੂ ਇੱਕ ਦੇਸੀ ਅਥਵਾ ਇੱਕ ਜਗ੍ਹਾ ਤੇ ਵਿਚਰ ਸਕਦਾ ਹੈ, ਪਰ ਸ਼ਬਦ ਗੁਰੂ ਸਰਬ ਥਾਈਂ ਰਵ ਰਿਹਾ ਭਰਪੂਰ ਹੈ। ਜੇ ਇਸ ਜਗ੍ਹਾ ਤੇ ਹੈ ਤਾਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਦੇਹ ਧਾਰੀ ਹੈ, ਪਰ ਸਾਡਾ ਗੁਰੂ ਹਰ ਥਾਈਂ ਸਰਬ ਰਵ ਰਿਹਾ ਭਰਪੂਰ ਹੈ। ਇਸ ਲਈ ਦੇਹ ਧਾਰੀ ਗੁਰੂ ਸਾਰਿਆਂ ਦੇ ਅੰਗ ਸੰਗ ਨਹੀਂ ਹੋ ਸਕਦਾ ਕਿਉਂਕਿ ਇੱਕ ਦੇਸੀ ਹੈ, ਪਰ ਸ਼ਬਦ ਗੁਰੂ ਸਾਰਿਆਂ ਜੀਵਾਂ ਦੇ ਸਦਾ ਅੰਗ ਸੰਗ ਹੋ ਸਕਦਾ ਕਿਉਂਕਿ ਸਰਬ ਥਾਈਂ ਹੈ। ਇੱਥੇ ਵੀ ਜੀਵ ਦੇ ਨਾਲ ਹੈ, ਜਿਹੜਾ ਬਾਹਰ ਹੈ ਉਹਦੇ ਨਾਲ ਵੀ ਹੈ, ਜਿਹੜਾ ਜਿੱਥੇ ਹੈ ਉਸ ਦੇ ਨਾਲ ਹੈ। ਸੋ ਸ਼ਬਦ ਗੁਰੂ ਸਾਰਿਆਂ ਜੀਵਾਂ ਦੇ ਅੰਗ ਸੰਗ ਹੈ ਸਦਾ।
ਮਨੋਕਲਪਿਤ ਦੁਨਿਆਵੀ ਗੁਰੂ ਅਤੇ ਦੇਵੀ ਦੇਵਤਿਆਂ ਦੀ ਸ਼ਕਤੀ ਸੀਮਤ ਹੁੰਦੀ ਹੈ, ਪਰ ਸ਼ਬਦ ਗੁਰੂ ਦੀ ਆਤਮਿਕ ਸ਼ਕਤੀ ਅਨੰਤ ਅਥਵਾ ਸਭਨਾ ਗੱਲਾਂ ਸਮਰੱਥ ਹੈ। ਇਹ ਜ਼ਰੂਰੀ ਨੁਕਤਾ ਹੈ ਕਿ ਜਿਤਨੇ ਵੀ ਦੇਵੀ ਦੇਵਤੇ ਪੀਰ ਔਲੀਏ ਜਿਹੜੇ ਹਨ ਉਹਨਾਂ ਦੀ ਸ਼ਕਤੀ ਸੀਮਤ ਹੈ, ਪਰ ਸ਼ਬਦ ਗੁਰੂ ਦੀ ਸ਼ਕਤੀ ਜੋ ਹੈ ਇਹ ਅਨੰਤ ਅਥਵਾ ਸਭਨਾ ਗੱਲਾਂ ਸਮਰੱਥ ਹੈ, ਅਸੀਮ ਸ਼ਕਤੀ ਹੈ। ਸ਼ਬਦ ਗੁਰੂ ਭਾਵ ਸਾਗਰ ਤਰੀਐ ਇਤ ਉਤ ਏਕੋ ਜਾਣੇ, ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੇ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਉਰਾਨ। ਅਸੀਂ ਇਹਨਾਂ ਮਨੋਕਲਪਿਤ ਦੇਵੀ ਦੇਵਤਿਆਂ ਨੂੰ ਆਪੋ ਆਪਣੇ ਖਿਆਲਾਂ ਦੀ ਕਸਵੱਟੀ ਨਾਲ ਚੁਣਿਆ ਹੈ, ਆਪਣੇ ਨਿਸ਼ਚੈ ਅਨੁਸਾਰ ਇਹਨਾਂ ਨੂੰ ਵਡਿਆਈ ਦਿੰਦੇ ਹਾਂ, ਸ਼ਰਧਾ ਭਾਵਨੀ ਨਾਲ ਇਹਨਾਂ ਦੀ ਸੇਵਾ ਕਰਦੇ ਹਾਂ, ਅਨੇਕਾਂ ਤਰੀਕਿਆਂ ਨਾਲ ਇਹਨਾਂ ਦੀ ਪੂਜਾ ਕਰਦੇ ਹਾਂ ਤੇ ਨਿੱਜੀ ਸਵਾਰਥਾਂ ਲਈ ਵਰਤਦੇ ਹਾਂ, ਆਪਣੀ ਗਰਜ਼ਾਂ ਦੀ ਪੂਰਤੀ ਲਈ। ਵੇਖਿਆ ਜਾਂਦਾ ਹੈ ਕਿ ਲੋਕਾਂ ਨੇ ਕਿਸੇ ਨਾ ਕਿਸੇ ਦੇਵੀ ਦੇਵਤੇ ਨੂੰ ਮੰਨਿਆ ਹੋਇਆ ਹੈ, ਪਰ ਫਿਰ ਵੀ ਉਹਨਾਂ ਦੇ ਮਾਇਕੀ ਭਰਮ ਭੁਲਾਵੇ ਦਾ ਬੱਜਰ ਕਪਾਟ ਨਹੀਂ ਖੁੱਲਦਾ ਅਤੇ ਨਾ ਹੀ ਉਹਨਾਂ ਦੇ ਮਾਨਸਿਕ ਜਾਂ ਆਤਮਿਕ ਜੀਵਨ ਵਿੱਚ ਕੋਈ ਫਰਕ ਪੈਂਦਾ ਹੈ। ਉਹ ਗੁਰੂ ਵਾਲੇ ਅਖਵਾਉਂਦੇ ਹੋਏ ਵੀ ਉਸੇ ਤਰ੍ਹਾਂ ਮੋਹ ਮਾਇਆ ਦੇ ਹਨੇਰੇ ਵਿੱਚ ਗਲਤਾਨ ਹਨ। ਉਹਨਾਂ ਦੇ ਅੰਦਰ ਆਤਮਿਕ ਤਤ ਗਿਆਨ ਦਾ ਚਾਨਣ ਨਹੀਂ ਹੁੰਦਾ, ਤਾਂ ਤੇ ਸਪਸ਼ਟ ਹੈ ਕਿ ਉਹਨਾਂ ਨੂੰ ਹਾਲੇ ਪੂਰਾ ਸੱਚਾ ਗੁਰੂ ਨਹੀਂ ਲੱਭਾ। ਉਹ ਅਖੋਤੀ ਮਨੋਕਲਪਿਤ ਗੁਰੂ ਅਤੇ ਦੇਵੀ ਦੇਵਤੇ ਧਾਰ ਕੇ ਹੀ ਸੰਤੁਸ਼ਟ ਹਨ, ਐਵੇਂ ਆਪਣੇ ਮਨ ਨੂੰ ਤਸੱਲੀ ਦੇ ਛੱਡਦੇ ਹਨ ਕਿ ਅਸੀਂ ਗੁਰੂ ਵਾਲੇ ਹਾਂ। ਜਨਮਾਂ ਜਨਮਾਂ ਤੋਂ ਮਾਇਕੀ ਅਥਵਾ ਮਾਦੀ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਸਾਡੀ ਬਿਰਤੀ ਵੀ ਅਸਥੂਲ ਅਥਵਾ ਮਾਦੀ ਹੋ ਚੁੱਕੀ ਹੈ, ਮੋਟੀ। ਜਿਹੜੀ ਚੀਜ਼ ਜਾਂ ਨਿਸ਼ਚਾ ਸਾਡੀ ਦ੍ਰਿਸ਼ਟੀ ਅਤੇ ਗਿਆਨ ਇੰਦਰੀਆਂ ਦੀ ਪਕੜ ਵਿੱਚ ਨਾ ਆਵੇ, ਉਸ ਨੂੰ ਸਾਡਾ ਮਨ ਮੰਨਣ ਨੂੰ ਤਿਆਰ ਹੀ ਨਹੀਂ। ਜੇ ਮੰਨਦਾ ਵੀ ਹੈ ਤਾਂ ਓਪਰੇ ਜੇ ਮਨ ਨਾਲ ਹੀ ਸਵੀਕਾਰ ਕਰ ਛੱਡਦਾ ਹੈ। ਜਿਸ ਤਰ੍ਹਾਂ ਇਸ ਲੇਖ ਤੋਂ ਪਹਿਲਾਂ ਇਸ ਦੇ ਪਿਛਲੇ ਭਾਗ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਸਤਿਗੁਰੂ ਸ਼ਬਦ ਜਾਂ ਜੋਤ ਸਰੂਪ ਹੈ, ਜਿਸ ਨੂੰ ਸਾਡੀ ਮਾਦੀ ਬਿਰਤੀ ਪਕੜ ਨਹੀਂ ਸਕਦੀ। ਇਸੇ ਕਾਰਨ ਸਾਡਾ ਮਨ ਜੋਤ ਸਰੂਪੀ ਸ਼ਬਦ ਗੁਰੂ ਨੂੰ ਜਾਣਨ, ਬੁੱਝਣ, ਚੀਨਣ, ਅਨੁਭਵ ਕਰਨ ਤੋਂ ਅਸਮਰਥ ਹੈ। ਸਾਡੀ ਮਨ ਦੀ ਮਾਦਾ ਬਿਰਤੀ ਕਈਆਂ ਜਨਮਾਂ ਦੇ ਅਭਿਆਸ ਨਾਲ ਦ੍ਰਿੜ ਹੋਈ ਹੈ। ਇਸ ਮਾਦੀ ਬਿਰਤੀ ਨੂੰ ਅਨੁਭਵੀ ਗਿਆਨ ਵਿੱਚ ਬਦਲਣ ਲਈ ਸਾਨੂੰ ਕਈ ਜਨਮਾਂ ਤੱਕ ਲਗਾਤਾਰ ਸਤਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਅਥਵਾ ਨਾਮ ਸਿਮਰਨ ਅਭਿਆਸ ਕਮਾਈ ਕਰਨ ਦੀ ਲੋੜ ਹੈ। ਜੇ ਪੂਰੀ ਤਰ੍ਹਾਂ ਆਪਣੇ ਗੁਰੂ ਨੂੰ ਜਾਣਨਾ ਹੈ, ਉਸ ਦੇ ਪੂਰੀ ਸਰੂਪ ਨੂੰ ਪਹਿਚਾਨਣ ਲਈ ਇੱਕ ਜਨਮ ਨਹੀਂ ਕਈ ਜਨਮਾਂ ਤੱਕ ਸਾਨੂੰ ਨਾਮ ਸਿਮਰਨ ਕਰਨਾ ਪਵੇਗਾ ਸੰਗਤ ਵਿੱਚ ਆ ਕੇ, ਤਾਂ ਜਾ ਕੇ ਕਿਥੇ ਉਹ ਅਨੁਭਵੀ ਗਿਆਨ ਪ੍ਰਾਪਤ ਹੋਵੇਗਾ ਜਿਸ ਨਾਲ ਅਸੀਂ ਆਪਣੇ ਸਤਿਗੁਰੂ ਦੀ ਸਹੀ ਤਸਵੀਰ ਨੂੰ ਪਹਿਚਾਨ ਸਕਾਂਗੇ। ਸਾਡਾ ਗੁਰੂ ਦੀ ਬਾਬਤ ਨਿਸ਼ਚਾ, ਗਿਆਨ ਅਤੇ ਜਾਣਕਾਰੀ ਮਨੋਕਲਪਿਤ, ਧੁੰਦਲੀ, ਸੁਣੀ ਸੁਣਾਈ, ਪੜੀ ਪੜਾਈ, ਓਪਰੀ, ਅਧੂਰੀ ਤੇ ਗਲਤ ਹੋ ਸਕਦੀ ਹੈ। ਅਸੀਂ ਸਿਰਫ ਉਹਨਾਂ ਪੀਰਾਂ ਫਕੀਰਾਂ ਤੇ ਦੇਵੀ ਦੇਵਤਿਆਂ ਨੂੰ ਮੰਨਦੇ ਹਾਂ ਜਿਹੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੇ ਨਾਟਕ ਚੇਟਕ ਰਾਹੀਂ ਸਾਡੇ ਮਾਇਕੀ ਸਵਾਰਥ ਪੂਰੇ ਕਰਦੇ ਹਨ। ਅਸੀਂ ਮਾਇਕੀ ਰੁਚੀਆਂ ਵਾਲੀਆਂ ਦਾਤਾਂ, ਦੁੱਧ, ਪੁੱਤ, ਮਾਇਆ ਤੇ ਤੰਦਰੁਸਤੀ ਆਦਿ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਾਂ। ਹਾਂਜੀ, ਕਿਸੇ ਕੋਲ ਗਏ, ਤੰਦਰੁਸਤੀ ਦਾ ਵਰ ਦਿੱਤਾ, ਗਰੀਬੀ ਹੈ ਤਾਂ ਮਾਇਆ ਦੀ ਲੋੜ ਹੈ, ਗਏ ਮਾਇਆ ਦਾ ਵਰ ਦੇ ਦਿੱਤਾ, ਬਸ ਉਸ ਦੇ ਪਿੱਛੇ ਲੱਗ ਪਏ। ਕਿਉਂਕਿ ਅਸੀਂ ਮਾਇਕੀ ਰੁਚੀਆਂ ਵਾਲੀਆਂ ਦਾਤਾਂ, ਦੁੱਧ, ਪੁੱਤ, ਮਾਇਆ ਤੇ ਤੰਦਰੁਸਤੀ ਆਦਿ ਨਾਲ ਸੰਤੁਸ਼ਟ ਹੋ ਜਾਂਦੇ ਆ, ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ। ਹਾਂਜੀ, ਅਸੀਂ ਆਪਣੇ ਸਵਾਰਥ ਦੀ ਪੂਰਤੀ ਲਈ ਮਤਲਬੀ ਯਾਰ ਹਾਂ। ਸਾਡਾ ਪਰਮਾਰਥ ਇੱਕ ਮਾਇਕੀ ਵਿਵਹਾਰ ਹੀ ਬਣ ਗਿਆ ਹੈ। ਜੇਕਰ ਇੱਕ ਦੁਕਾਨ ਤੇ ਸੌਦਾ ਨਾ ਮਿਲੇ ਤੇ ਦੂਜੀ ਤੇ ਜਾ ਖਲੋਂਦੇ ਹਾਂ। ਆਪਣੇ ਮਨ ਦੀ ਤਸੱਲੀ ਜਾਂ ਲੋਕ ਪਚਾਰੇ ਲਈ ਗੁਰੂ ਤਾਂ ਧਾਰ ਲੈਂਦੇ ਹਾਂ, ਪਰ ਅਸਲ ਵਿੱਚ ਅਸੀਂ ਮਤਲਬ ਪਰਸਤ ਹਾਂ। ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਦੇ ਹਾਂ ਤੇ ਮੱਥਾ ਟੇਕਦੇ ਹਾਂ, ਦੂਜੇ ਪਾਸੇ ਆਪਣੇ ਸਵਾਰਥ ਲਈ ਮੜੀਆਂ ਮਸਾਣਾ, ਦੇਵੀ ਦੇਵਤਿਆਂ, ਪੀਰਾਂ ਫਕੀਰਾਂ, ਰਿੱਧੀਆਂ ਸਿੱਧੀਆਂ ਵਾਲੇ ਸਾਧੂਆਂ, ਕਰਾਮਾਤਾਂ ਵਾਲੇ ਸਿੱਧਾਂ, ਭੂਤ ਵਸ ਕਰਨ ਵਾਲੀਆਂ, ਦੁੱਧ ਪੁੱਤ ਬਖਸ਼ਣ ਵਾਲੀਆਂ ਵੱਡੇ ਵਡੇਰਿਆਂ ਨੂੰ ਪੂਜਦੇ ਫਿਰਦੇ। ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਹੜਾ ਗੁਰੂ ਤਾਂ ਸਰਵ ਸ਼ਕਤੀਮਾਨ ਹੈ ਉਸ ਨੂੰ ਛੱਡ ਦਿੰਦੇ ਹਾਂ ਤੇ ਆਪਣੀ ਆਸਾ ਪੂਰਨ ਕਰਨ ਲਈ ਜਿਨ੍ਹਾਂ ਦੀ ਸ਼ਕਤੀ ਸੀਮਤ ਹੈ ਉਹਨਾਂ ਕੋਲ ਜਾਂਦੇ ਹਾਂ, ਦੇਵੀ ਦੇਵਤਿਆਂ ਕੋਲ, ਕਰਾਮਾਤਾਂ ਵਾਲੇ ਸਿੱਧਾਂ ਕੋਲ, ਵੱਡੇ ਵਡੇਰਿਆਂ ਕੋਲ, ਦੁੱਧ ਪੁੱਤ ਬਖਸ਼ਣ ਵਾਲਿਆਂ ਕੋਲ। ਇੱਥੇ ਹੀ ਬਸ ਨਹੀਂ, ਇੱਥੋਂ ਤਾਈਂ ਕਿ ਆਪਣੇ ਸਵਾਰਥ ਲਈ ਵਜ਼ੀਰਾਂ ਅਥਵਾ ਵੱਡੇ ਅਫਸਰਾਂ ਦਾ ਆਸਰਾ ਲੈਂਦੇ ਹਾਂ ਤੇ ਰਿਸ਼ਵਤਖੋਰੀ ਦਾ ਹਥਿਆਰ ਵਰਤਣੋਂ ਵੀ ਨਹੀਂ ਝਿਜਕਦੇ। ਹਾਂਜੀ,
ਆਪਣੇ ਗੁਰੂ ਦੀ ਟੇਕ ਛੱਡ ਕੇ ਵੱਡੇ ਵੱਡੇ ਅਫਸਰਾਂ ਦੇ ਪਿੱਛੇ ਲੱਗੇ ਫਿਰਦੇ ਹਾਂ, ਰਿਸ਼ਵਤ ਵਗੈਰਾ ਦਿੰਦੇ। ਕਿਉਂ? ਕਿਉਂਕਿ ਸਾਨੂੰ ਆਪਣੇ ਗੁਰੂ ਤੇ ਹਾਲੇ ਪੂਰੀ ਤਰ੍ਹਾਂ ਨਿਸ਼ਚਾ ਨਹੀਂ। ਗੁਰਬਾਣੀ ਵਿੱਚ ਇਸ ਦੁਚਿੱਤੇ ਵਾਲੀ ਅਵਸਥਾ ਦੀ ਬਾਬਤ ਸਾਨੂੰ ਬੜੀ ਜ਼ਬਰਦਸਤ ਤਾੜਨਾ ਕੀਤੀ ਗਈ ਹੈ। ਖਸਮ ਛੋੜ ਦੂਜੇ ਲਗੇ ਡੁੱਬੇ ਸੇਵਣ ਜਾ ਰਿਹਾ। ਸਤਿਗੁਰੂ ਛੋੜ ਦੂਜੇ ਲਗੇ ਕਿਆ ਕਰਨ ਅੱਗੇ ਜਾਏ, ਜੰਪੁਰ ਬੱਦੇ ਮਾਰੀਐ ਬਹੁਤੀ ਮਿਲੈ ਸਜਾਏ। ਇਹ ਉਹਨਾਂ ਦੀ ਹਾਲਤ। ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ, ਕਹਿਤ ਕਬੀਰ ਸੁਨੋਰੇ ਪ੍ਰਾਨੀ ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਕੀ ਸਰਨਾ। ਜਿੰਨਾ ਚਿਰ ਸਾਨੂੰ ਕਿਸੇ ਹੋਰ ਦੀ ਝਾਕ ਜਾਂ ਟੇਕ ਹੈ, ਉਹਨਾਂ ਚਿਰ ਅਸੀਂ ਸੁਹਾਗਣਾ ਨਹੀਂ ਬਣ ਸਕਦੇ। ਧਿਆਨ ਦੇਣਾ ਜੀ, ਜਿੰਨਾ ਚਿਰ ਵੀ ਸਾਨੂੰ ਕਿਸੇ ਹੋਰ ਦੀ ਝਾਕ ਹੈ, ਕਿਸੇ ਹੋਰ ਤੋਂ ਟੇਕ ਹੈ, ਆਸਰਾ ਹੈ, ਉਹਨਾਂ ਚਿਰ ਅਸੀਂ ਸੁਹਾਗਣਾ ਨਹੀਂ ਬਣ ਸਕਦੀਆਂ ਅਤੇ ਇੱਕੋ ਸੱਚੇ ਸੁੱਚੇ ਸਤਿਗੁਰੂ ਤੇ ਪੂਰੀ ਸ਼ਰਧਾ ਨਹੀਂ ਆਉਂਦੀ, ਐਵੇਂ ਮੱਥਾ ਟੇਕ ਛੱਡਦੇ। ਇਸ ਤਰ੍ਹਾਂ ਸਾਡੀ ਹਾਲਤ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆਂ ਵਾਲੀ ਹੋ ਗਈ ਹੈ। ਗੁਰਪੁਰਬਾਂ ਉੱਤੇ ਅਸੀਂ ਗੁਰੂ ਸਾਹਿਬਾਨ ਦੇ ਅਵਤਾਰ ਧਾਰਨ ਦੀਆਂ ਤਰੀਕਾਂ, ਬੰਸਾਵਲੀ ਅਤੇ ਸੁਣੀਆਂ ਸੁਣਾਈਆਂ ਪੜ੍ਹੀਆਂ ਪੜਾਈਆਂ ਕੁਝ ਕੋ ਬਾਹਰਮੁਖੀ ਮਾਇਕੀ ਮੰਡਲ ਦੇ ਕੋਤਕਾਂ ਜਾਂ ਕਰਾਮਾਤਾਂ ਦਾ ਹੀ ਜ਼ਿਕਰ ਕਰ ਸਕਦੇ ਹਾਂ। ਜਾਂ ਤਾਂ ਉਹਨਾਂ ਦੇ ਜਨਮ ਦੀ ਡੇਟ ਦੱਸਦੇ ਹਾਂ, ਜਾਂ ਫਿਰ ਉਹਨਾਂ ਦੇ ਮਾਤਾ ਦਾ ਕੀ ਨਾਂ ਸੀ, ਪਿਤਾ ਬੰਸਾਵਲੀ, ਜਾਂ ਫਿਰ ਸੁਣੀਆਂ ਸੁਣਾਈਆਂ ਕੁਝ ਕੋ ਬਾਹਰਮੁਖੀ ਕਰਾਮਾਤਾਂ ਦੱਸ ਦਿੰਦੇ ਹਾਂ। ਕਿਉਂਕਿ ਗੁਰੂ ਸਾਹਿਬਾਨ ਦੇ ਅਸਲੀ ਬੇਅੰਤ ਇਲਾਹੀ ਗੁਣਾਂ ਤੇ ਸ਼ਕਤੀਆਂ ਤੋਂ ਅਸੀਂ ਅਣਜਾਣ ਹਾਂ। ਬਾਹਰਮੁਖੀ ਮੰਡਲ ਦੇ ਕੋਤਕ ਜਾਂ ਕਰਾਮਾਤਾਂ ਤਾਂ ਗੁਰੂ ਸਾਹਿਬਾਨ ਦੀ ਇਲਾਹੀ ਸ਼ਕਤੀ ਵਿੱਚੋਂ ਸੂਰਜ ਦੀਆਂ ਕਿਰਨਾਂ ਵਾਂਗ ਬੇਅੰਤ ਆਤਮਕ ਕਿਰਨਾਂ ਦੇ ਟਾਵੇਂ ਟਾਵੇਂ ਬਾਹਰਮੁਖੀ ਪ੍ਰਗਟਾਵੇ ਹੀ ਹਨ। ਗੁਰੂ ਸਾਹਿਬ ਜੀ ਤਾਂ ਸਰਵ ਕਲਾ ਸਮਰੱਥ ਹਨ ਅਤੇ ਸੂਰਜ ਦੀਆਂ ਕਿਰਨਾਂ ਵਾਂਗ ਗੁਰਪ੍ਰਸਾਦ ਰੂਪੀ ਹਰ ਇੱਕ ਇਲਾਹੀ ਕਿਰਨ ਵਿੱਚੋਂ ਸਹਿਜ ਸੁਭਾਏ ਅਨੇਕਾਂ ਕੌਤਕ ਕਰਾਮਾਤ ਜਾਂ ਚਲਤ ਖਿੰਨ ਖਿੰਨ ਨਿਮਕ ਨਿਮਕ ਸਦੀਵੀ ਵਰਤ ਰਹੇ ਹਨ। ਇਸ ਤਰ੍ਹਾਂ ਗੁਰੂ ਸਾਹਿਬਾਨ ਦੀਆਂ ਮਿਹਰਾਂ ਅਤੇ ਬਖਸ਼ਿਸ਼ਾਂ, ਉਹਨਾਂ ਦੀ ਤਕਣੀ, ਛੋ, ਨਦਰ ਕਰਮ, ਚਰਨ ਧੂੜ, ਰੋਮ ਰੋਮ ਵਿੱਚੋਂ ਨਿਕਲਦੀਆਂ ਇਲਾਹੀ ਕਿਰਨਾਂ ਦੁਆਰਾ ਬੇਅੰਤ ਕੌਤਕ ਕਰਾਮਾਤ ਜਾਂ ਚਲਤ ਸਹਿਜ ਸੁਭਾਏ ਵਰਤਦੇ ਰਹਿੰਦੇ ਹਨ। ਪਰ ਗੁਰੂ ਸਾਹਿਬਾਨ ਦੇ ਬੇਅੰਤ ਚਲਤ ਜਾਂ ਕਰਾਮਾਤਾਂ ਵਿੱਚੋਂ ਬਹੁਤ ਹੀ ਥੋੜੀਆਂ ਟਾਵੀਆਂ ਮਾਮੂਲੀ ਜੀ ਸਾਖੀਆਂ ਹੀ ਸਿੱਖ ਇਤਿਹਾਸ ਵਿੱਚ ਪ੍ਰਚਲਿਤ ਹਨ। ਬਾਕੀ ਅਨੰਤ ਅਤੇ ਬੇਅੰਤ ਗੁੱਜੇ ਅਦ੍ਰਿਸ਼ਟ ਅੰਤਰਾਤਮੇ ਇਲਾਹੀ ਗੁਰੂ ਕੋਤਕ, ਗੁਰੂ ਚਲਤ, ਅੰਮ੍ਰਿਤ ਕਲਾ, ਆਤਮਕ ਤੀਰ, ਇਲਾਹੀ ਬਾਣ, ਚੋਜ ਵਿਡਾਣੀ, ਪ੍ਰੇਮ ਬਾਣੀ, ਜਿਨ੍ਹਾਂ ਨਾਲ ਬੇਅੰਤ ਜਗਿਆਸੂਆਂ ਦੀਆਂ ਰੂਹਾਂ ਨੂੰ ਆਤਮਕ ਸੇਧ ਅਤੇ ਸਿੱਖੀ ਜੀਵਨ ਪ੍ਰਦਾਨ ਹੋਇਆ, ਉਸ ਤੋਂ ਅਸੀਂ ਅਣਜਾਣ ਅਵੇਸਲੇ ਤੇ ਵਾਂਝੇ ਹਾਂ। ਹਾਂਜੀ, ਉਹ ਕੋਤਕ ਜਿਹੜੇ ਨਿਮਕ ਵਰਤ ਰਹੇ ਹਨ, ਜਿਨ੍ਹਾਂ ਦੁਆਰਾ ਬੇਅੰਤ ਜਗਿਆਸੂਆਂ ਦੀਆਂ ਰੂਹਾਂ ਨੂੰ ਆਤਮਕ ਸੇਧ ਤੇ ਗੁਰਸਿੱਖੀ ਜੀਵਨ ਪ੍ਰਦਾਨ ਹੋਇਆ, ਉਸ ਤੋਂ ਅਸੀਂ ਅਣਜਾਣ ਅਵੇਸਲੇ ਹਾਂ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ, ਕਿਰਪਾ ਕਟਾਖ अवलोकन कीनो दास का दुख बिदारे। जिस अपर अपार इलाही मंडल विचों ये बारमुखी कौतुक जां करामातां पुजदियां हन, उस हुक्म शब्द नाम गुरप्रसाद नदर करम चरण छोदी बाबत सानू पता ही नहीं, समझ ही नहीं, ज्ञान ही नहीं, लोड़ ही नहीं, खोज ही नहीं। इसे कारण असी आपो अपनी सीमत बुद्धि तो उपजी मनोकल्पत कसवटी नाली गुरु साहिबान दी इलाही हस्तियां नू परखदे हां ते इलाही शख्सियत नू सिर्फ इन्हां मायकी मंडल दियां करामातां ताईं सीमत रखदे हां ते आपो अपनी बुद्धि दे दायरे ताईं महदूद कर देंदे हां। इउं असी गुरु साहिबान दी अपर अपार शख्सियत नू अपनी सीमत बुद्धि दी धुंधली जां मैली कसवटी नाल परख के अनजाने ही अपनी अज्ञानता विच गुरु साहिबान दी छुटियाई जां निरादरी कर बैठदे। हां जी, अपनी मनोकल्पत कसवटी नाल गुरु साहिबान दी हस्तियां नू परख के बारमुखी माड़े मोटे जेड़े करामात हन, इन्हां तक ही उन्हां दी अपर अपार हस्ती नू सीमत रखना कोई वडियाई है, ये तां नहीं असीं उन्हां दी निरादरी करदे हां। गुरबाणी विच सच्चे गुरु दी वडियाई अते परख इउं दसी गई है। गुर समरथ अपार गुर वडभागी दर्शन होए, गुर अगोचर निर्मला गुर जेवड अवर न कोय, गुर करता गुर करण हार गुरमुख सच्ची सोए, गुर ते बाहर किछ नहीं गुर कीता लोड़े सो होए, गुर तीरथ गुर पार जात गुर मनसा पूरण हार
गुरदाता हर नाम दे उधरे सब संसार। गुर समरथ गुर निरंकार, हाँ जी, गुर समरथ गुर निरंकार, गुर ऊंचा अगम अपार, गुर की महिमा अगम है क्या कथे कथनहार। जिस मिलिए मन होए आनंद सो सतगुर कहिए, मन की दुबदा बिनस जाए हर परम पद लइए। वाह वाह सतगुर सतपुरख है जिसनु समझ सब कोए, वाह वाह सतगुर निर्वैर है जिस निंदा उस्तुत तुल होए। वाह वाह सतगुर सुजान है जिस अंतर ब्रह्म विचार, वाह वाह सतगुर निरंकार है जिस अंत न पारावार। वाह वाह सतगुरु है जे सच दृढ़ाए सोए, नानक सतगुर वाह वाह जिस ते नाम प्राप्त होए। सूरज दियां किरणां वांग सतगुरु जी नदर करम, बख्शिश गुर प्रसाद प्रीत प्रेम रस रंग चाव छोदियां इलाही शब्द रूप किरणां विच भी अचरज कला बिस्माती कौतक नित नवें चलत अनत तरंगा। वाह वाह उमा आदि दे गुण दिन रात खिन खिन पल पल निमक निमक कुदरत दे जरे जरे विच प्रवेश होके ओत पोत रव रहे ਹਨ ਅਤੇ ਬਲਿਹਾਰੀ ਕੁਦਰਤ ਵਸਿਆ ਅਨਸਾਰ ਕੁਦਰਤ ਦੇ ਹਰ ਦਰਸ਼ਨ ਵਿੱਚ ਸਦੀਵੀ ਪ੍ਰਕਾਸ਼ਿਤ ਹੋ ਰਹੇ ਹਨ। ਪਰ ਸਾਡੇ ਕੋਲ ਸਤਿਗੁਰੂ ਦੇ ਨਾਲ ਆਸ਼ਚਰਜ ਵਿਸਮਾਦੀ ਗੁੱਜੇ ਕੌਤਕਾਂ ਨੂੰ ਵੇਖਣ ਵਾਲੀ ਅੱਖ ਨਹੀਂ, ਸਮਝਣ ਵਾਲੀ ਬੁੱਧੀ ਨਹੀਂ, ਬੁੱਝਣ ਵਾਲਾ ਗਿਆਨ ਨਹੀਂ, ਚੀਨਣ ਵਾਲਾ ਅਨੁਭਵ ਨਹੀਂ, ਮਾਨਣ ਵਾਲਾ ਸਾਡੇ ਕੋਲ ਹਿਰਦਾ ਨਹੀਂ, ਤੇ ਜੇ ਕੋਈ ਦਾਤ ਮਿਲ ਵੀ ਜਾਵੇ ਤਾਂ ਦਾਤ ਲਈ ਸਾਡੇ ਕੋਲ ਪਾਂਡਾ ਨਹੀਂ। ਗੁਰਬਾਣੀ ਵਿੱਚ ਗੁਰੂ ਦੀ ਵਡਿਆਈ ਮਹੱਤਤਾ ਤੇ ਲੋੜ ਨੂੰ ਇਉਂ ਦਰਸਾਇਆ ਗਿਆ ਹੈ। ਕਿੰਨੀ ਲੋੜ ਹੈ ਗੁਰੂ ਦੀ। ਬਿਨ ਗੁਰ ਮਨੁਆ ਨਾ ਟਿਕੈ ਫਿਰ ਜੂਨੀ ਪਾਏ, ਡੀਗਨ ਡੋਲਾ ਤਉ ਲਓ ਜੋ ਮਨ ਕੇ ਪਰਮਾ, ਪਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। गुर ज्ञान अंजन सतगुरु पाया, अज्ञान अंधेर बिनासे। मत को परम पुलै संसार, गुर बिन कोई न उतरस पार। गुर करता गुर करणे जोग, गुर परमेश्वर है भी योग। कहु नानक प्रभ यह जनाई, बिन गुर मुकत न पाई पाई। रतन जवाहर लाल हर नामा, गुर काड तली दिखलाया। ऐसा सतगुर लोड़ लो जिस जेवड अवर न कोए, तिस शरणाई छुटिए लेखा मंगे न कोए। गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुकत न पावे। आद अंत एक अवतारा, सोई गुरु समझियो हमारा। हाँ जी, गुरबाणी अनुसार साडा सतगुरु तां गुणी निदान है। ये पूरा गुरु है, पूरा वैद है, सुख सागर है, सच्चा पातशाह है, सदबख्शिंद है, सदा मेहरबान है, पूरा शाह है, करता पुरख है, पुरख अगम है, पुरख विदाता है। ये दया निध है, ये तां पारस है, सच दातार है, भगत वछल है। साडा सतगुरु बावन चंदन है, पूरा पारजात है। ये मान सरोवर है, तीर्थ दरियाव है, बंदी छोड़ है, सबस का दाता है, सर्व प्रतिपाले है, सर्व निदान दान देत है, मार जीवाले है, अंति अवसर ले छड़ाए है। हाँ जी, साडा सतगुरु अंति अवसर ले छड़ाए है। अवगुण को न चितारे है, निंदक दोखी बेमुख तारे है, वडे अजान मुगद निस्तारे है, बाहां पकड़ अंधले उदारे है। साडा सतगुरु तां निमाणियां दा मान है, निताणियां दा ताण है, निआसरियां दा आसरा है, निथावियां दा थाम है, निपतियां दी पत है, निगतियां दी गत है, पतत पावन है, दुख भंजन है, निरभाव है, निर्वैर है, नाम है, ये तां आपे आप है। हाँ जी, ऐसा सतगुर लोड़ लो जो नाल होमंदा, लै न सकंदा, सदा अंग संगे, हाथ पै नेरे, अंग संग मोला, अंग अंग सुखदाई। रखे जी नाले, साच दृढ़ावे, अकत कथावे, शब्द मिलावे, लाड लडावे, खेल खिलावे,
प्रतिपालै, निसार समालै, अनद विनोदी, प्रेम पुरख, अत प्रीतम, अत सुंदर, मन मोहना, कट सोहना, मिठ बोलड़ा, कदे न बोले कौड़ा, अमृत दाता, साकी होए पिलावन हारा, अनहद शब्द, अनहद धुनी, रुण चुण नाम, नाम दाता, मात पिता ते रस दाता है। तांते ऐसे गुर को बल बल जाई, लख 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 बरिया, कोल कुमाई, सदा सदा कुर्बानी, वार वार जाऊं, बलिहारी जाऊं, तन मन तन अर्पों, चुलावों पाखा, ऐसे गुर को सिमरों सास सास, चरण तोए तोए पीवा, ग्रह टोमो पानी, ग्रह पीसों नीत, सिर बेचों, हुक्म मानो, वड्डा कर सलाइए, जिन परमगढ़ तोड़िया, हर स्यों जोड़िया, हर नाम दृढ़ाया, अलख लखाया, हर पंथ बताया, मुँह अंधेर चुकाया, भगत भंडार बख्शिया, महा अगन ते राखिया, वैरी मित्र समदृष्ट दिखाई। हां जी, वैरी मित्र समदृष्ट दिखाई। किसने? गुरु ने। हर उपदेश दे किए सियाणे, प्रेम बाणी मन मारिया, नदर निहालिया, सूके हरे किए खिन माए, मानस ते देवते किए, अपनी सेवा लाया, विचों मार कड़ियां बुरियाइयां, थापी दिती कण जियो, अब चल राज बिठाया। हम शब्द मुए, शब्द मार जीवाले पाई, शब्दे ही मुक्त पाई, शब्दे मन तन निर्मल होवा, हर वस्या मन आई। शब्द गुरदाता, जित मन राता, हर स्यों रया समाई। शब्द गुरु प्रकाशियो, हर रसन बसायो, शब्द गुरु गुरवाहो गुरमुख पाया, चेला सुरत समाओ अलख लिखाया। हां जी, इतना प्यारा सतगुरु वसदा किथे है? परतख रूप विच। ऐसा गुरु साध संगत रूपी सचखंड विच वसदा है। करदा की है? ते जग्यासुआं उत्ते आत्मक रस रंग दी बख्शिश करदा है। जग्यासू तो पाओ ਜਿਹੜੇ ਸੱਚੇ ਦਿਲੋਂ ਪਰਮਾਤਮਾ ਦੀ ਮਿਲਣ ਦੀ ਜਗਿਆਸਾ ਰੱਖਦੇ ਹਨ ਤੇ ਜਗਿਆਸੂਆਂ ਤੇ ਆਤਮਿਕ ਰੰਗ ਰਸ ਦੀ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਸਤਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਤਨ ਤਨ ਸੋ ਰਸਨਾ, ਤਨ ਕਰ ਤਨ ਸੋ ਪਾਂਦਾ ਸਤਿਗੁਰੂ, ਜਿਤ ਮਿਲ ਹਰ ਲੇਖਾ ਲਿਖਾ। ਸਾਧ ਸੰਗਤ ਸਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰ। सतगुर सच्चा पातशाह, पातशाह पातशाह जोहारी, साध संगत सचखंड है, आए झरोख है खोले बारी। साडा अत प्रीतम सतगुरु साकी बन के सानू अंतरात्मे पिरम प्याले अते अमृत नाम भोजन दिन रात छकाउंदा है अते असी पिरम रस विच अलमस्त मतवारे होके खीवे हुंदे हां। पातशाहां दी मजलिस है, पिरम प्याला पीवण पारी, साकी होए पिलावना, उलस प्याले खरी खुमारी, भाए भगत पै चलना, मस्त अलमस्त सदा उशियारी, भगत वछल होए भगत भंडारी। प्रेम दी ए अकथ कहानी पिरम खेल अंतर्मुखी ते अत सूखम है, जो गुरमुख प्यारियां बख्शिया होया महापुरखां दी संगत अथवा साध संगत विच विचरदियां होया नाम अभ्यास कमाई नाली अनुभव कीती ते माणी जा सकदी है। हां जी, जिसने भी इस कहानी इस प्रेम की अकथ कहानी नूं समझना है तो आओ साध संगत में आके इत्थे अटुट सिमरन करो। ज्यों ज्यों संगत विच आंदे जावांगे, सिमरन करांगे, अनुभव खुलण ते ही सानू इस अकथ कहानी का पता चलेगा। फिर सानू ये महसूस होएगा कि शब्द गुरु सिर्फ नाल ही नहीं रहिंदा, बल्कि अंतरात्मे अंग संग मोला होके निग्घा प्यार ते रंग रस सानू बख्शता है। सत्संगत सतगुरु पाइए ऐन सब चला। ये तो सी साडा प्यारा सतगुरु, पर साडा भी तो कोई फर्ज बनता है अपने गुरु प्रति। साडा फर्ज ये है कि साडे सतगुरां ने देह स्वरूप धार के जो संसार विच आके गुरबाणी बख्शी, गुरबाणी विच अनुभवी ज्ञान बख्शिया संसार नूं ठंड पाउण वास्ते, उस अनुभवी ज्ञान अते गुरु दी मत नूं संसार दे कोने कोने विच फैलावना साडा फर्ज है। पर किवें फैला सकते हाँ? इसनूं दिमाग नाल समझ के दूजिਆਂ ਨੂੰ समझाउण नाल नहीं, इस तरह नहीं पाई। गुरु साहबान ने सानू बड़ी उच्ची सुची लाई बाणी बख्शी है, जिस दी रोशनी ते अगवाई विच
सत्संग ते नाम सिमरन द्वारा असी उच्चा सुच्चा आत्मक नाम रंगण वाला जीवन बतीत करना है, जिस दी महक नाल अबलाखी रूहां प्रभावित होके आप ही गुरमत वल खिंचियां जांदियां। ये साडा उद्यम है। फिर दोहरा दईए कि संगत विच आवना है, बार बार आवना है, लगातार आवना है, संगत भी गुरमुख प्यारियां दी। इत्थे आके को काम करना है सिमरन, वाहिगुरू दा जाप अटुट बहंदियां उठदियां। निरा इन्ना ही नहीं करना, फिर गुरबाणी की अगवाई लैके उच्चा सुच्चा नाम रंगण वाला जीवन भी जीवना है। उस तो भाव ये कि साडे जीवन का मुख केंद्र नाम होवे ते दुनियावी काम नूं असीं दूजे नंबर ते थां देनी है। ते नाम में जिहड़ियां चीज़ां विघन पावन, जिहड़ियां कुरीतियां, जिहड़े अवगुण, उन्हां नूं गुरबाणी दे आशे इस नूं दूर करना है। सो ज्यों ज्यों इहो जिहा उच्चा सुच्चा नाम रंगण वाला जीवन जीवांगे गुरबाणी की अगवाई लैके, फिर संगत विच आके सिमरन करांगे। सिमरन करदियां 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 साडा समुचा जीवन नाम रंगण नाल रंगिया जाएगा ते साडे अंदर नाम दी महक इतनी भरपूर हो जाएगी कि अपने आप बाहर उछलेगी ते उस महक नाल ही अबलाखी जिहड़ियां रूहां हन वो प्रभावित होकर आप ही गुरमत वल खिंचिया जाणगियां। सो इलाही गुरबाणी दे चानण अथवा अनुभवी ज्ञान नूं दुनिया विच फैलावण दा यही इक्को एक साधन है, होर कोई नहीं। तिस गुर को हम वारिया जिन हर की हर कथा सुनाई, तिस गुर को सद बलिहारण है जिन हर सेवा बनत बनाई। सो सतगुरु प्यारा मेरे नाल है जिथे किथे मैनू ले छड़ाई। तिस गुर को साबास है जिन हर सोजी पाई। नानक गुर विटों वारिया जिन हर नाम दिया मेरे मन की आस पुराई। नमस्कार गुरुदेव को सत नाम जिस मंत्र सुनाया, भौजल विचों कढ़ के मुक्त पदार्थ माए समाया। जन्म मरण पाव कटिया संसार रोग वियोग मिटाया। संसार ये संसार है जन्म मरण विच दुख सबाया। जमदंड सिरों न उतरै साकत दुर्जन जन्म गवाया। चरण गहे गुरुदेव दे सत शब्द दे मुक्त कराए। भाव भगत गुरपुरब कर नाम दान इश्नान दृढ़ाया। जेहा बियो तेहा फल पाया। गुरु रूप प्यारी साध संगत, ये गुरमुख प्यारे बाऊ जी उन्हां दा लेख है, जिन्होंने आप उस सच्चे गुरु नूं अनुभव करके गुरबाणी अनुसार जीवन जी के अनुभव करके फिर सानू उसकी झलक दिखाई। इस तो इलावा 132 लिखतां ने गुरबाणी के आधार पर जो सानू आत्मक सेध देंदियां ने। सो गुरु सतगुरु के विषय ते 2 भाग हैं, जिन्हां तो दूजा भाग आप जी के सामने पढ़िया गया सी। ये सारियां लिखतां आप जी नूं गुरबाणी विचार के लेखां के स्टाल तो प्राप्त हो सकदियां हन। उत्थों लैके इन्हां तो अगवाई लैके गुरबाणी अनुसार जीवन जी के अपना जीवन असीं सफल कर सकते हाँ।